ਦੋਸਤੋ ਅੱਜ ਮੈਂ ਤੁਹਾਡੇ ਨਾਲ ਨਾ ਬੜੇ ਇੱਕ ਇੰਪੋਰਟੈਂਟ ਲਾਅ ਐਂਡ ਆਰਡਰ ਇਸ਼ੂ ਖਾਸ ਤੌਰ ਤੇ ਜਿਹੜਾ ਮੁਹਾਲੀ ਦੇ ਵਿੱਚ ਬਲਾਸਟ ਹੋਇਆ ਉਹਦੇ ਤੇ ਚਰਚਾ ਕਰਨੀ। ਸਭ ਤੋਂ ਪਹਿਲਾਂ ਤਾਂ ਮੈਂ ਕਹਿਣਾ ਚਾਹੁੰਦਾ ਕਿ ਇਸ ਬਲਾਸਟ ਦੀ ਮੈਂ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦਾ ਹਾਂ ਔਰ ਜਿਨ੍ਹਾਂ ਲੋਕਾਂ ਨੇ ਵੀ ਕੀਤਾ ਕਿਸੇ ਸ਼ਰਾਰਤੀ ਅੰਸਰ ਨੇ ਕੀਤਾ, ਕਿਸੇ ਡੀਪ ਸਟੇਟ ਏਜੰਸੀ ਨੇ ਕੀਤਾ, ਕਿਸੇ ਪਾਕਿਸਤਾਨ ਦੀ ਏਜੰਸੀ ਨੇ ਕੀਤਾ, ਇਹ ਨਿੰਦਣਯੋਗ ਹੈ ਔਰ ਉਹਨਾਂ ਲੋਕਾਂ ਨੂੰ ਬਣਦੀ ਸਜ਼ਾ ਮਿਲਣੀ ਚਾਹੀਦੀ। ਪਰ ਇਹਦਾ ਦੂਸਰਾ ਪਹਿਲੂ ਜਿਹੜੇ ਕੋਈ ਆਮ ਪੋਲੀਟੀਕਲ ਆਦਮੀ ਨਹੀਂ ਗੱਲ ਕਰ ਰਹੇ, ਸਿਰਫ ਇੱਕੋ ਗੱਲ ਤੇ ਪਏ ਨੇ ਕਿ ਅਸੀਂ ਕੰਡੈਮ ਕਰਦੇ ਹਾਂ, ਸਜ਼ਾ ਮਿਲਣੀ ਚਾਹੀਦੀ ਆ, ਪੀਸ ਬੜਾ ਅਸੀਂ ਮੁਸ਼ਕਿਲ ਨਾਲ ਹਾਸਲ ਕੀਤਾ ਪੰਜਾਬ ਦਾ, ਇਹਦੇ 'ਚ ਕੋਈ ਸ਼ੱਕ ਨਹੀਂਗਾ। ਪਰ ਇਹਦਾ ਦੂਜਾ ਪਹਿਲੂ ਇਹ ਹੈ ਕਿ ਪੁਲਿਸ ਜਿਹੜੀ ਆ ਪੰਜਾਬ ਦੀ, ਆਪਾਂ ਸਭ ਜਾਣਦੇ ਕਿ ਕਿੰਨੀ ਕੁ ਐਫੀਸ਼ੀਐਂਟਲੀ ਕੰਮ ਕਰਦੀ ਹੈ। ਪੁਲਿਸ ਆਪਣੀ ਨਾਕਾਮੀ ਨੂੰ ਲੁਕਾਉਣ ਵਾਸਤੇ ਆਪਣੀ ਉਹਦੀ ਇੰਟੈਲੀਜੈਂਸ ਫੇਲਿਅਰ ਹੈ ਕਿ ਉਹਦੇ ਇੰਟੈਲੀਜੈਂਸ ਹੈਡਕੁਆਟਰਸ ਦੇ ਉੱਤੇ ਇੱਕ ਰਾਕਟ ਪ੍ਰੋਪੈਲਰ ਦੇ ਨਾਲ ਕੋਈ ਗ੍ਰੇਨੇਡ ਸੁੱਟਦਾ, ਬਲਾਸਟ ਕਰਦਾ, ਤਾਂ ਇਹ ਉਹਨਾਂ ਦੀ ਅਸਲ ਵਿੱਚ ਪੁਲਿਸ ਦੀ ਆਪਣੀ ਇੰਟੈਲੀਜੈਂਸ ਫੇਲਿਅਰ ਗਿਣੀ ਜਾਣੀ ਚਾਹੀਦੀ ਹੈ। ਅਗਰ ਕੋਈ ਵਿਕਸਿਤ ਮੁਲਕ ਦੇ ਵਿੱਚ ਇਸ ਤਰ੍ਹਾਂ ਦਾ ਹੁੰਦਾ ਤਾਂ ਉਹਨਾਂ ਤੇ ਰਿਸਪੌਂਸਿਬਿਲਿਟੀ ਫਿਕਸ ਹੋਣੀ ਚਾਹੀਦੀ ਹੈ। ਪਰ ਹੁਣ ਕਿਉਂਕਿ ਸ਼ੋਰ ਐਡਾ ਮਚ ਗਿਆ, ਟੈਲੀਵਿਜ਼ਨਸ ਬਹੁਤ ਪ੍ਰਚਾਰ ਕਰ ਰਹੇ ਨੇ, ਸਾਰੀਆਂ ਪਾਰਟੀਆਂ ਦੇ ਲੋਕ ਬੜਾ ਪ੍ਰਚਾਰ ਕਰਦੇ ਨੇ ਔਰ ਆਫਟਰ ਆਲ ਇਹ ਕੰਡੈਮਨੇਬਲ ਹੈਗਾ, ਮੈਂ ਦੁਬਾਰਾ ਇਹ ਗੱਲ ਕਹਿ ਰਿਹਾ। ਪਰ ਇਹਦਾ ਦੂਜਾ ਪਹਿਲੂ ਇਹ ਹੈ ਕਿ ਪੁਲਿਸ ਆਪਣੀ ਨਾਕਾਮੀ ਨੂੰ ਲੁਕਾਉਣ ਵਾਸਤੇ ਔਰ ਜਿਹੜਾ ਪਬਲਿਕ ਦਾ ਪ੍ਰੈਸ਼ਰ ਪੈਣ ਲੱਗ ਜਾਂਦਾ ਨਾ, ਬਿਕੋਜ਼ ਹਰ ਇੱਕ ਵਿਅਕਤੀ ਗਵਰਨਮੈਂਟ ਨੂੰ ਔਰ ਪੁਲਿਸ ਨੂੰ ਗਾਲੀ ਗਲੋਚ ਕਰਨ ਲੱਗ ਜਾਂਦਾ ਔਰ ਉਸ ਨੂੰ ਜ਼ਿੰਮੇਵਾਰ ਠਹਿਰਾਉਣ ਲੱਗ ਜਾਂਦਾ। ਉਸ ਦਾ ਦੂਸਰਾ ਪਹਿਲੂ ਹੈ ਕਿ ਫਿਰ ਪੁਲਿਸ ਆਪਣੀ ਨਲਾਇਕੀ ਨੂੰ ਲੁਕਾਉਣ ਵਾਸਤੇ ਬਹੁਤ ਸਾਰੇ ਬੇਗੁਨਾਹ ਲੋਕਾਂ ਨੂੰ ਇਨਵੋਲਵ ਕਰ ਦਿੰਦੀ ਹੈ। ਪੁਲਿਸ ਨੂੰ ਕੌਣ ਪੁੱਛੇਗਾ ਕਿ ਕੌਣ ਅਸਲ ਵਿੱਚ ਗੁਨਾਹਗਾਰ ਹੈ ਤੇ ਕਿਹੜੇ ਲੋਕ ਨਿਰਦੋਸ਼ ਨੇ। ਔਰ ਬਹੁਤ ਸਾਰੇ ਲੋਕਾਂ ਨੂੰ ਖਾਲਿਸਤਾਨੀ ਮੋਡਿਊਲ ਕਹਿ ਕੇ ਬੜਾ ਸੌਖਾ ਜਿਹਾ ਸ਼ਬਦ ਲੱਭਿਆ ਹੋਇਆ, ਟੂ ਬ੍ਰੋਬੀਟ ਸਿੱਖਸ, ਟੂ ਬ੍ਰੋਬੀਟ ਪੰਜਾਬੀਜ਼, ਟੂ ਟਾਰਨਿਸ਼ ਦੀ ਇਮੇਜ ਆਫ ਪੰਜਾਬ ਨੂੰ ਔਰ ਸਿੱਖਾਂ ਦੀ ਇਮੇਜ ਨੂੰ ਟਾਰਨਿਸ਼ ਕਰਨ ਲਈ ਬੜਾ ਸੁਖਾਲਾ ਲਫ਼ਜ਼ ਅੱਜ ਸਾਰੇ ਦੇਸ਼ ਦੇ ਮੀਡੀਆ ਦੇ ਕੋਲ ਲੱਭਿਆ ਹੋਇਆ ਕਿ ਇਹ ਖਾਲਿਸਤਾਨੀ ਮੋਡਿਊਲ ਸੀਗੇ, ਅਸੀਂ ਚੱਕ ਕੇ ਫੜ ਕੇ ਅੰਦਰ ਦੇ ਦਿੱਤੇ ਨੇ। ਇੱਕ ਨਹੀਂ ਅਨੇਕਾਂ ਦੇ ਉੱਤੇ ਕਾਰਵਾਈ ਹੋਣ ਦਾ ਖਦਸ਼ਾ ਵਾ। ਔਰ ਮੈਂ ਜਿਹੜੀ ਗੱਲ ਕਹਿ ਰਿਹਾ, ਕੋਈ ਪਹਿਲੀ ਵਾਰ ਨਹੀਂ ਕਹਿ ਰਿਹਾ ਕਿ ਨਿਰਦੋਸ਼ ਲੋਕਾਂ ਦੇ ਉੱਤੇ ਕਾਰਵਾਈ ਕਰਦੀ ਪੁਲਿਸ। ਤੁਹਾਨੂੰ ਯਾਦ ਹੋਵੇਗਾ ਜਦੋਂ ਬਰਗਾੜੀ ਦਾ ਪ੍ਰੈਸ਼ਰ ਵਧਿਆ ਲੋਕਾਂ ਦਾ ਪੁਲਿਸ ਦੇ ਉੱਤੇ, ਸਰਕਾਰ ਦੇ ਉੱਤੇ, ਤੇ ਸੁਖਬੀਰ ਸਿੰਘ ਬਾਦਲ ਨੇ ਦੋ ਬ੍ਰਦਰ ਸੀ, ਸ਼ਾਇਦ 5 ਗ੍ਰਾਈਂ ਕਲਾਂ ਦੇ ਸੀਗੇ ਮੋਗਾ ਜ਼ਿਲ੍ਹੇ ਦੇ, ਰੁਪਿੰਦਰ ਤੇ ਜਸਵਿੰਦਰ। ਪੁਲਿਸ ਨੇ ਕਿਹਾ ਕਿ ਹੁਣ ਅਸੀਂ ਗਲੋਂ ਤਾਂ ਆਪਣੇ ਲਾਉਣਾ ਕੁਛ ਨਾ ਕੁਛ। ਉਹਨਾਂ ਨੂੰ ਲਿਆ ਕੇ 3rd ਡਿਗਰੀ ਟੌਰਚਰ ਕੀਤਾ, ਉਹਨਾਂ ਦੇ ਚੱਡੇ ਪਾੜ ਦਿੱਤੇ, ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਟੌਰਚਰ ਕੀਤਾ। ਉਹਨਾਂ ਤੋਂ ਮਨਵਾਇਆ ਕਿ ਅਸੀਂ ਬੇਅਦਬੀਆਂ ਤੇ ਜੋ ਵੀ ਗਲਤ ਕੰਮ ਕੀਤੇ ਨੇ ਗੁਰੂ ਗ੍ਰੰਥ ਸਾਹਿਬ ਦੇ, ਅਸੀਂ ਕੀਤੇ ਨੇ। ਹਾਲਾਂਕਿ ਉਹ ਦੋਨੋਂ ਗੁਰਸਿੱਖ ਸੀਗੇ, ਦੋਨੋਂ ਅੰਮ੍ਰਿਤਧਾਰੀ ਸੀ। ਲੱਕੀਲੀ ਵਰਲਡ ਵਾਈਡ ਪ੍ਰੈਸ਼ਰ ਪਿਆ, ਲੋਕਾਂ ਨੇ ਜਿਹੜੇ ਬੈਠੇ ਸੀ ਦੁਨੀਆ ਭਰ ਦੇ ਵਿੱਚ ਲੋਕ, ਉਹਨਾਂ ਨੇ ਔਰ ਪਿੰਡ ਵਾਲਿਆਂ ਨੇ ਔਰ ਇਲਾਕੇ ਨਿਵਾਸੀਆਂ ਨੇ ਗਵਾਹੀ ਦਿੱਤੀ ਕਿ ਇਹ ਤਾਂ ਬਿਲਕੁਲ ਨਿਰਦੋਸ਼ ਬੰਦੇ ਨੇ, ਤਾਂ ਆਪ ਏਡੇ ਧਾਰਮਿਕ ਨੇ ਕਿ ਇਹ ਗੁਰੂ ਗ੍ਰੰਥ ਸਾਹਿਬ ਦੀ ਅਵੱਗਿਆ ਤੇ ਉਹਦੀ ਤੋਹੀਨ ਤੇ ਉਹਦੀ ਬੇਅਦਬੀਆਂ ਕਰ ਸਕਦੇ ਨੇ। ਕਿੱਸਾ ਕੁੱਤਾ ਉਹਦੇ ਤੇ ਏਡਾ ਪ੍ਰੈਸ਼ਰ ਪਿਆ ਕਿ ਪੁਲਿਸ ਨੂੰ ਆਪਣੀ ਗਲਤੀ ਸਵੀਕਾਰ ਕਰਨੀ ਪਈ। ਨਹੀਂ ਤਾਂ ਸੁਖਬੀਰ ਸਿੰਘ ਬਾਦਲ ਦਾ ਪੁਲਿਸ ਹੈਡਕੁਆਟਰ ਵਿੱਚ ਪ੍ਰੈਸ ਕਾਨਫਰੰਸ ਕਰਕੇ ਡੀਜੀਪੀ ਨੂੰ ਨਾਲ ਬਿਠਾ ਕੇ ਉਹ ਤਾਂ ਨਾਡਾ ਸਾਹਿਬ ਗੁਰਦੁਆਰਾ ਸਾਹਿਬ ਗੁਰੂ ਸਾਹਿਬ ਦਾ ਧੰਨਵਾਦ ਕਰਨ ਲਈ, ਅਰਦਾਸ ਕਰਨ ਲਈ ਚਲੇ ਵੀ ਗਏ ਸੀਗੇ ਸ਼ਾਇਦ। ਅਲਟੀਮੇਟਲੀ ਉਹਨਾਂ ਦੋਨਾਂ ਭਰਾਵਾਂ ਨੂੰ ਪੁਲਿਸ ਨੂੰ ਛੱਡਣਾ ਪਿਆ। ਕਿਸੇ ਦੇ ਐਕਸ਼ਨ ਨਹੀਂ ਲਿਆ ਕਿ ਜਿਹਨਾਂ ਲੋਕਾਂ ਨੇ 3rd ਡਿਗਰੀ ਟੌਰਚਰ ਕੀਤਾ, ਉਹਨਾਂ ਵਿਚਾਰਿਆਂ ਦੇ ਜ਼ਿੰਦਗੀ ਖਰਾਬ ਕਰ ਦਿੱਤੀ, ਉਹਨਾਂ ਕਿਸੇ ਤੇ ਰਿਸਪੌਂਸਿਬਿਲਿਟੀ ਨਹੀਂ ਫਿਕਸ ਕੀਤੀ। ਸੋ ਸਾਬਤ ਹੋ ਗਿਆ ਨਾ ਕਿ ਬੇਗੁਨਾਹ ਲੋਕਾਂ ਨੂੰ ਪੁਲਿਸ ਫਰੇਮ ਕਰਦੀ ਹੈ। ਇਹ ਅੱਜ ਦੀ ਗੱਲ ਨਹੀਂ, ਪੁਰਾਣੀ ਗੱਲ ਤੁਰੀ ਆਉਂਦੀ ਆ। ਔਰ ਦੂਸਰਾ, ਹੁਣੇ ਕਰਨਾਲ ਦੇ ਵਿੱਚ ਜਿਹੜੇ ਕੁਝ ਫੜੇ ਗਏ 4 ਲੋਕ, ਜਿਨ੍ਹਾਂ ਤੋਂ ਕੁਝ ਸਮੱਗਰੀ ਵੀ ਫੜੀ ਗਈ ਆ, ਮਸਟ ਵੀ ਜੋ ਤੁਸੀਂ ਕਹਿ ਰਹੇ ਹੋ, ਅਗਰ ਪੁਲਿਸ ਕਹਿ ਰਹੀ ਆ ਤਾਂ ਸਾਨੂੰ ਭਰੋਸਾ ਹੀ ਕਰਨਾ ਪੈਂਦਾ ਵਾ। ਉਹਦੇ ਸਿਲਸਿਲੇ ਵਿੱਚ ਹੁਣ 2 ਬੱਚੇ ਜਿਹੜੇ ਬਿਲਕੁਲ ਗਰੀਬ, ਉਹ ਫਿਰੋਜ਼ਪੁਰ ਜ਼ਿਲ੍ਹੇ ਦੇ ਚੱਕੇ ਨੇ, ਫਰੀਦਕੋਟ ਦੇ ਚੱਕੇ ਨੇ। ਜਸ਼ਨਦੀਪ 12ਵੀਂ ਜਮਾਤ ਦਾ ਇੱਕ ਸਟੂਡੈਂਟ ਹੈ ਔਰ ਉਹਦੇ ਪਿਤਾ ਸਿਵਲ ਹਸਪੀਟਲ ਫਰੀਦਕੋਟ ਵਿੱਚ ਦਰਜਾ 4 ਦੇ ਮੁਲਾਜ਼ਮ ਨੇ, ਐਡੇ ਗਰੀਬ ਨੇ। ਔਰ ਜਿਹੜਾ ਬੱਚਾ ਹੈਗਾ ਜਸ਼ਨਦੀਪ, ਜਿਹੜਾ ਨੌਜਵਾਨ ਹੈ 12ਵੀਂ ਦੇ, ਉਹਦੇ ਪੇਪਰਸ ਡਿਊ ਸੀਗੇ, ਉਹ ਮੁੰਨਾਵੀ ਹੈ। ਉਹਦੇ ਕਿਤੇ ਕੋਈ ਗੁਰਸਿੱਖ ਨਿਗਾ, ਕੋਈ ਖਾਲਿਸਤਾਨ ਦੀ ਉਹਦੇ ਕੋਈ ਨਜ਼ਰ ਨਹੀਂ ਆਉਂਦੀ ਝਲਕ। ਮੈਂ ਜਿਹੜੇ ਐਸਐਸਪੀ ਫਿਰੋਜ਼ਪੁਰ, ਕਿਉਂਕਿ ਫਿਰੋਜ਼ਪੁਰ ਪੁਲਿਸ ਨੇ ਦੋਨਾਂ ਨੂੰ ਚੱਕਿਆ, ਇੱਕ ਸ਼ਾਇਦ ਆਕਾਸ਼ ਆ, ਉਹ ਦੂਸਰਾ ਬੱਚਾ ਜਿਹੜਾ, ਤੇ ਮੈਂ ਫਿਰੋਜ਼ਪੁਰ ਦੇ ਐਸਐਸਪੀ ਜਿਹੜੇ ਇਸ ਵੇਲੇ ਨੇ ਚਰਨਜੀਤ ਸਿੰਘ, ਉਹਨਾਂ ਨਾਲ ਗੱਲ ਕੀਤੀ। ਉਹਨਾਂ ਨੂੰ ਸਿਰਫ ਇਹ ਕਿਹਾ ਵਾ ਕਿ ਤੁਸੀਂ ਵੈਰੀਫਾਈ ਜ਼ਰੂਰ ਕਰਿਓ, ਕਿਉਂਕਿ 12ਵੀਂ ਜਮਾਤ ਦੇ ਬੱਚੇ ਨੂੰ ਤੁਸੀਂ ਹੁਣੇ ਖਾਲਿਸਤਾਨੀ ਬਣਾ ਦਿਓਗੇ, ਉਹਦਾ ਤਾਂ ਸਾਰਾ ਪੋਲੀਟੀਕਲ, ਉਹਦਾ ਤਾਂ ਸਾਰਾ ਕੈਰੀਅਰ ਖਤਮ ਹੋ ਗਿਆ ਔਰ ਉਹ ਪੱਕਾ ਹਾਰਡਨ ਕ੍ਰਿਮੀਨਲ ਬਣ ਕੇ ਨਿਕਲੇਗਾ ਜੇਲ੍ਹ ਚੋਂ, ਅਗਰ ਤੁਸੀਂ ਉਹਨੂੰ ਮੌਕਾ ਦਿਓ। ਉਹਦੀਆਂ ਪੰਚਾਇਤਾਂ, ਉਹਦੇ ਪੇਰੈਂਟਸ ਨੂੰ ਬੁਲਾ ਕੇ ਉਹਨਾਂ ਨੂੰ ਕਰੋ। ਉਹਨਾਂ ਨੇ ਮੈਨੂੰ ਯਕੀਨ ਦਵਾਇਆ ਕਿ ਅਸੀਂ
ਉਹਦੇ ਪੇਰੈਂਟਸ ਨੂੰ ਔਰ ਉਹਦੇ ਇਲਾਕੇ ਦੇ ਲੋਕਾਂ ਨੂੰ ਜਿਹੜੇ ਮੋਤਬਾਰ ਸੱਜਣ ਨੇ ਉਹਨਾਂ ਨੂੰ ਸੱਦ ਕੇ ਅਸੀਂ ਪੜਤਾਲ ਕਰਾਂਗੇ ਔਰ ਕੋਸ਼ਿਸ਼ ਕਰਾਂਗੇ। ਲੇਕਿਨ ਇਹ ਜਿਹੜਾ ਮੈਂ ਮਾਮਲਾ ਕਹਿ ਰਿਹਾ ਮੋਹਾਲੀ ਦਾ ਬਲਾਸਟ ਦਾ, ਇਹਦੇ ਚ ਆਉਣ ਵਾਲੇ ਦਿਨਾਂ ਚ ਬਹੁਤ ਛਾਪੇਮਾਰੀ ਹੋਣੀ, ਇੱਧਰ ਉੱਧਰ ਖੱਬੇ ਸੱਜੇ, ਔਰ ਪੁਲਿਸ ਹੁਣੇ ਇਹੀ ਮੋਹਾਲੀ ਦੀ ਪੁਲਿਸ ਹੁਣੇ ਹਾਲ ਹੀ ਵਿੱਚ ਬੱਗੇ ਵਾਲੇ ਅਰੈਸਟ ਵਿੱਚ ਬਹੁਤ ਵੱਡੀ ਤੋਹੀਨ ਕਰਾ ਚੁੱਕੀ ਹੈ। ਇਹਨਾਂ ਦੇ ਪਰਚਾ ਵੀ ਦਰਜ ਹੋ ਗਿਆ ਉੱਥੇ ਅਬਡਕਸ਼ਨ ਕਿਡਨੈਪਿੰਗ ਦਾ। ਉਹਨਾਂ ਨੇ ਛੱਡਣਾ ਨਹੀਂ ਬੀਜੇਪੀ ਵਾਲਿਆਂ ਨੇ, ਉਹਨਾਂ ਨੇ ਇਹਨਾਂ ਦੇ ਅਲਟੀਮੇਟਲੀ ਅਫਸਰਾਂ ਤੋਂ ਉੱਤੇ ਜਿਹੜੇ ਅਰੈਸਟ ਕਰਨ ਗਏ ਸੀ ਉਤਲਿਆਂ ਤੇ ਐਸਐਸਪੀ ਲੈਵਲ ਤੇ ਏਡੀਜੀ ਲੈਵਲ ਤੱਕ ਉਹ ਕਾਰਵਾਈ ਕਰਨਗੇ, ਮੇਰੀ ਗੱਲ ਯਾਦ ਰੱਖਣਾ ਤੁਸੀਂ। ਔਰ ਹੁਣੇ ਇੱਕ ਹੁਸ਼ਿਆਰਪੁਰ ਦਾ ਇੱਕ ਨੌਜਵਾਨ ਹਰਨੂਰ ਸਿੰਘ, ਉਹਨੂੰ ਵੀ ਪੁਲਿਸ ਨੇ ਚੱਕਿਆ ਦਾ ਕੋਟੇ ਤੋਂ ਰਾਜਸਥਾਨ ਤੋਂ, ਤੇ ਉਹਦੀ ਗ੍ਰਿਫਤਾਰੀ ਸ਼ੁਰੂ ਕੀਤੀ ਹੁਸ਼ਿਆਰਪੁਰ ਤੋਂ ਐਨਡੀਪੀਐਸ ਐਕਟ ਵਿੱਚ। ਕਾਫੀ ਵੱਡੀ ਮਾਤਰਾ 'ਚ ਉਹਦੇ ਤੇ ਡਰੱਗਸ ਪਾਏ ਨੇ। ਤੇ ਉਹਨਾਂ ਨੇ ਰਾਜਸਥਾਨ ਪੁਲਿਸ ਨੇ ਜਦੋਂ ਸੀਸੀਟੀਵੀ ਫੁਟੇਜ ਦੇਖੀ ਕੋਟਾ ਦੀ, ਔਰ ਉੱਥੇ ਰਾਜਸਥਾਨ ਦੇ ਜਿੱਥੇ ਉਹ ਨਾਕਿਆਂ ਤੋਂ ਲੰਘੇ, ਟੋਲ ਪਲਾਜ਼ਾਸ ਤੋਂ ਲੰਘੇ, ਜਿਹੜੇ ਹੋਟਲ 'ਚ ਢਾਬੇ ਤੇ ਖਾਣਾ ਖਾਧਾ, ਉਹ ਸਾਰੀ ਫੁਟੇਜ ਨੂੰ ਦੇਖ ਕੇ ਉਹਨਾਂ ਨੇ ਦੇਖਿਆ, ਉਹਨਾਂ ਦੇ ਪੇਰੈਂਟਸ ਨੇ ਉੱਥੇ ਸ਼ਿਕਾਇਤ ਕੀਤੀ ਕਿ ਸਾਡੇ ਨੌਜਵਾਨ ਬੱਚੇ ਨੂੰ ਹਰਨੂਰ ਨੂੰ ਅਗਵਾ ਕਰ ਲਿਆ ਕੁਝ ਲੋਕਾਂ ਨੇ ਪਲੇਨ ਕੱਪੜਿਆਂ 'ਚ। ਉੱਥੇ ਐਫਆਈਆਰ ਦਰਜ ਹੋ ਗਈ ਪੰਜਾਬ ਪੁਲਿਸ ਵਾਲੇ, ਹੁਸ਼ਿਆਰਪੁਰ ਪੁਲਿਸ ਦੇ ਅਫਸਰਾਂ ਦੇ ਉੱਤੇ ਫਿਰ ਦਰਜ ਹੋ ਗਈ ਹੈ। ਔਰ ਹਰਨੂਰ ਦੇ ਪੇਰੈਂਟਸ ਨੇ ਆਣ ਕੇ ਪੰਜਾਬ ਹਰਿਆਣਾ ਹਾਈ ਕੋਰਟ ਮੂਵ ਕੀਤਾ। ਉਹਦੇ 'ਚ ਉਹਦੀ ਜਿਹੜੀ ਐਨਡੀਪੀਐਸ ਦਾ ਪਰਚਾ, ਉਹਦੇ 'ਚ ਟ੍ਰਾਇਲ 20 ਦਿਨਾਂ ਚਲਾਨ ਪੇਸ਼ ਕਰਤਾ ਸੀ, ਉਹਦੀ ਟ੍ਰਾਇਲ ਵੀ ਸਟੇ ਕਰ ਦਿੱਤੀ। ਸੋ ਪੰਜਾਬ ਪੁਲਿਸ ਦਾ ਜਿਹੜਾ ਕਿਰਦਾਰ ਹੈ, ਮੈਂ ਸਭ ਨੂੰ ਆਣਾ ਨਹੀਂ ਕਹਿੰਦਾ, ਬਹੁਤ ਚੰਗੇ ਅਫਸਰ ਬੈਠੇ ਨੇ, ਬੜੇ ਅੱਛੇ ਐਫੀਸ਼ੀਐਂਟ ਅਫਸਰ ਬੈਠੇ ਨੇ, ਬੜੇ ਓਨੈਸਟ ਲੋਕ ਬੈਠੇ ਨੇ, ਪਰ ਇਹ ਸ਼ੂਬੇ ਤੋਂ ਉੱਪਰ ਨਹੀਂ ਗਾ। ਔਰ ਪੰਜਾਬ ਦੇ ਵਿੱਚ ਕਿਉਂਕਿ ਬਾਰਡਰ ਸਟੇਟ ਹੈ, ਜੰਮੂ ਕਸ਼ਮੀਰ ਔਰ ਪੰਜਾਬ ਇਸ ਤਰ੍ਹਾਂ ਦੀ ਸਟੇਟਸ ਹੈ ਕਿ ਇੱਥੇ ਲਗਾਤਾਰ ਡਰੋਨਸ, ਹਥਿਆਰਾਂ ਦੀ ਰਿਕਵਰੀ, ਐਕਸਪਲੋਸਿਵ ਦੀ ਰਿਕਵਰੀ, ਇਹ ਲਗਾਤਾਰ ਨਿਰੰਤਰ ਇੱਕ ਕੈਂਪੇਨ ਹੈ। ਅਗਰ ਤੁਸੀਂ ਥੋੜਾ ਠੰਡੇ ਦਿਮਾਗ ਨਾਲ ਸੋਚੋ, ਇਹ ਕੈਂਪੇਨ ਹੈ, ਪਲਾਨਡ ਕੈਂਪੇਨ ਨਜ਼ਰ ਕਿ ਇਹਨਾਂ ਨੂੰ ਰੱਖੀ ਰੱਖੋ ਟੈਂਟੇ ਹੁਕਸ ਤੇ, ਇਹਨਾਂ ਨੂੰ ਬਦਨਾਮੀ ਜੀ ਕਰੀ ਚੱਲੋ ਕਿ ਇਹ ਵੱਖਵਾਦੀ ਨੇ, ਇਹ ਅਲੱਗਵਾਦੀ ਨੇ, ਇਹ ਖਾਲਿਸਤਾਨੀ ਨੇ, ਇਹਨਾਂ ਨੂੰ ਟਾਰਨਿਸ਼ ਕਰੀ ਚਲੋ, ਪਬਲਿਕ ਓਪੀਨੀਅਨ ਆਪਣੇ ਹੱਕ ਵਿੱਚ ਬਿਲਡ ਕਰੀ ਚਲੋ। ਇਹ ਹੁਣ ਕੌਣ ਕਰਦਾ? ਐਨੀਬਡੀ ਨੋਜ਼। ਇਹ ਮੈਂ ਤਾਂ ਤੁਹਾਨੂੰ ਦੁਬਾਰਾ ਕਹਿਣਾ ਚਾਹੁੰਦਾ, ਕਿਸੇ ਏਜੰਸੀ ਦਾ ਵੀ ਕੰਮ ਹੋ ਸਕਦਾ, ਇਹ ਪਾਕਿਸਤਾਨ ਦੀ ਏਜੰਸੀਆਂ ਦਾ ਵੀ ਕੰਮ ਹੋ ਸਕਦਾ। ਪਰ ਮੈਨੂੰ ਹੈਰਾਨਗੀ ਹੈ ਕਿ ਬਾਰਡਰ ਤਾਂ ਹੁਣ ਰਾਜਸਥਾਨ ਨਾਲ ਵੀ ਲੱਗਦਾ ਵਾ, ਗੁਜਰਾਤ ਨਾਲ ਵੀ ਲੱਗਦਾ ਵਾ, ਤੇ ਇਕੱਲੇ ਪੰਜਾਬ ਨੂੰ ਸਿੰਗਲ ਆਊਟ ਕਰਕੇ ਲਗਾਤਾਰ ਪੰਜਾਬ ਦੇ ਵਿੱਚ ਕੋਈ ਵੱਖਵਾਦੀ ਲਹਿਰ ਚੱਲ ਰਹੀ ਹੈ। ਮੈਂ ਨਹੀਂ ਮੰਨਣ ਨੂੰ ਤਿਆਰ ਕਿ ਪੰਜਾਬ ਦੇ ਲੋਕ ਕੋਈ ਇਸ ਢੰਗ ਦੇ ਨਾਲ ਬਗਾਵਤ ਦੇ ਮੂਡ ਵਿੱਚ ਹਨ। ਹਾਂ, ਆਰਥਿਕ ਤੌਰ ਤੇ ਕਿਸਾਨਾਂ ਨੇ ਬਹੁਤ ਵੱਡਾ ਅੰਦੋਲਨ ਕੀਤਾ। ਉਹ ਸਾਡਾ ਅੰਦੋਲਨ, ਸਾਡਾ ਗੁੱਸਾ, ਉਹ ਜੋ ਵੀ ਕੇਂਦਰ ਦੀਆਂ ਸਰਕਾਰਾਂ ਜਾਂ ਲੋਕਲ ਸਰਕਾਰਾਂ ਜੋ ਜਦੋਂ ਤੁਹਾਡੀਆਂ ਹੱਕੀ ਮੰਗਾਂ ਨਹੀਂ ਮੰਨਦੀਆਂ, ਤਾਂ ਫਿਰ ਪੰਜਾਬ ਦੇ ਲੋਕ ਇਹ ਗੱਲ ਆਪਣਾ ਗਿਲਾ ਕੱਢਣ ਤੇ ਗੁੱਸਾ ਕਰਨ ਦੇ ਵਿੱਚ ਉਹ ਤੁਹਾਨੂੰ ਪਤਾ ਕਿ ਕੋਈ ਕਸਰ ਨਹੀਂ ਛੱਡਦੇ। ਪਰ ਇਹ ਜਿਹੜਾ ਮੋਹਾਲੀ ਬਲਾਸਟ ਆ, ਆਈ ਹੋਪ ਮੇਰੀ ਭਗਵੰਤ ਮਾਨ ਨੂੰ ਬਹੁਤ ਕਿਉਂਕਿ ਜਦੋਂ ਮੈਂ ਕੋਈ ਗੱਲ ਕਹਿੰਦਾ ਹੁੰਦਾ, ਕੋਈ ਐਵੇਂ ਫਰਜ਼ੀ ਗੱਲ ਨਹੀਂ ਗੀ। ਮੇਰੀ ਭਗਵੰਤ ਮਾਨ ਨੂੰ ਅਪੀਲ ਆ, ਸਰਕਾਰ ਨੂੰ ਅਪੀਲ ਆ ਕਿ ਕਿਸੇ ਵੀ ਨੌਜਵਾਨ ਨੂੰ ਚੱਕਣ ਤੋਂ ਪਹਿਲਾਂ ਪਲੀਜ਼ ਵੈਰੀਫਾਈ, ਇੱਕ ਵਾਰੀ 10 ਵਾਰੀ ਉਹਨੂੰ ਟੌਰਚਰ ਕਰਨ ਤੋਂ ਪਹਿਲਾਂ ਪਲੀਜ਼ ਵੈਰੀਫਾਈ ਕਿ ਵਾਕਈ ਹੀ ਲੋਕ ਗੁਨਾਹਗਾਰ ਨੇ, ਕਿ ਵਾਕਈ ਇਹਨਾਂ ਨੇ ਬਲਾਸਟ ਕੀਤਾ ਵਾ। ਕਿਉਂਕਿ ਮੈਨੂੰ ਯਾਦ ਆ ਚੰਗੀ ਤਰ੍ਹਾਂ ਨਾਲ, ਇੱਕ ਨਵਾਂ ਸ਼ਹਿਰ ਵਿੱਚ ਨਾ ਇੱਕ ਟ੍ਰਾਇਲ ਹੋਈ ਆ, ਰਵਿੰਦਰ ਸਿੰਘ ਸਮੇਤ 4 ਬੱਚੇ, ਉਹਨਾਂ ਨੂੰ ਸੈਸ਼ਨ ਜੱਜ ਨਵਾਂ ਸ਼ਹਿਰ ਨੇ ਉਮਰ ਕੈਦ ਕੀਤੀ ਹੋਈ ਆ। ਅੱਜ ਤੋਂ 3-4 ਸਾਲ ਪੁਰਾਣੀ ਗੱਲ ਹੈਗੀ ਆ। ਉਮਰ ਕੈਦ ਕਰਤੀ ਜਸਟ ਫॉर ਹੈਵਿੰਗ ਲਿਟਰੇਚਰ, ਜਸਟ ਲਿਟਰੇਚਰ। ਭਾਈ ਰਣਧੀਰ ਸਿੰਘ, ਉਹ ਵੀ ਜਿਹੜੇ ਫਰੀडम ਫਾਈਟਰ ਸੀ, ਜਿਨ੍ਹਾਂ ਨੇ ਜੇਲ੍ਹ 'ਚ ਬੈਠੇ ਚਿੱਠੀਆਂ ਲਿਖੀਆਂ, ਉਹਦਾ ਹਵਾਲਾ ਦੇ ਕੇ ਪੁਲਿਸ ਨੇ ਇਹ ਵੀ ਨਹੀਂ ਬੌਦਰ ਕੀਤਾ, ਕੋਰਟ ਨੇ ਵੀ ਬੌਦਰ ਨਹੀਂ ਕੀਤਾ ਕਿ ਇੱਕ ਫਰੀडम ਫਾਈਟਰ ਦੀ ਲਿਟਰੇਚਰ ਰੱਖਣ ਦੇ ਆਧਾਰ ਦੇ ਉੱਤੇ, ਜਾਂ ਕੁਝ ਚਲੋ ਹੋਰ ਕਿਤਾਬਾਂ ਰੱਖੀਆਂ ਹੋਣਗੀਆਂ ਕੁਝ ਇਸ ਤਰ੍ਹਾਂ ਦੀਆਂ, ਉਹਨਾਂ ਨੂੰ ਸਿਰਫ ਲਿਟਰੇਚਰ ਰੱਖਣ ਦੇ ਆਧਾਰ ਦੇ ਉੱਤੇ ਉਮਰ ਕੈਦ, ਲਾਈਫ ਸੈਂਟੈਂਸ। ਉਹ ਅੰਦਰ ਨੇ ਬੱਚੇ 4। ਉਹਨਾਂ ਨੇ ਆਪਣੀ ਹਾਈ ਕੋਰਟ ਵਿੱਚ ਅਪੀਲ ਪਾਈ, ਪਰ ਹਾਈ ਕੋਰਟ ਹੁਣ ਕਦੋਂ ਸੁਣੋ ਉਹਨਾਂ ਦੀ ਅਪੀਲ, ਕਦੋਂ ਉਹਨਾਂ ਨੂੰ ਇਨਸਾਫ ਮਿਲੇਗਾ, ਇਹ ਰੱਬ ਹੀ ਜਾਣਦਾ। ਕਿਉਂਕਿ ਸਾਰੇ ਬੱਗੇ ਜਿੱਡੇ ਤਾਕਤਵਰ ਨਹੀਂ ਹੈ ਕਿ ਹਾਈ ਕੋਰਟ ਨੂੰ ਰਾਤ ਨੂੰ ਵੀ ਖੁਲਵਾ ਲੈਣ। ਇਹ ਸਿਰਫ ਬੱਗਾ ਟਾਈਪ ਲੋਕਾਂ ਦੇ ਵਿੱਚ ਪਾਵਰ ਹੈਗੀ ਆ। ਤੁਸੀਂ ਸਮਝਦੇ ਕਿ ਉਹਦੇ ਪਾਵਰ ਪਿੱਛੇ ਕੌਣ ਪਾਵਰ ਇਸਤੇਮਾਲ ਕਰ ਰਿਹਾ। ਸੋ ਮੈਂ ਤਾਂ ਸਿਰਫ ਅੱਜ ਮੇਰਾ ਮਕਸਦ ਇਹ ਸੀਗਾ ਕਿ ਇੱਕ ਬਹੁਤ ਰੈਟੋਰਿਕ ਚੱਲ ਰਿਹਾ ਵਾ ਪੰਜਾਬ ਦੀ ਧਰਤੀ ਤੇ, ਇੰਡੀਆ ਦੀ ਧਰਤੀ ਤੇ, ਕਿ ਬਹੁਤ ਜ਼ੁਲਮ ਹੋ ਗਿਆ, अलगवादी और बहुत सारे ऐसी संस्थाएं हैं, ऐसी जथेबंदियां हैं जो भारत को तोड़ना चाहती हैं, इसकी एकता और अखंडता को डैमेज करना चाहती हैं। उनके खिलाफ कार्रवाई होनी चाहिए, जरूर कार्रवाई होनी चाहिए, पर कार्रवाई शुड बी ऑन मेरिट, शुड बी फेयर, शुड नॉट बी विद वेंजियंस। और ये ना हो कि पुलिस सिर्फ अपनी जान बचाने वास्ते, क्योंकि हम बढ़ रहा प्रेशर लगातार, सारे इस उत्ते फोकस कर रहे टेलीविजन चैनल मीडिया, अपनी जान बचाने लिए कुछ निर्दोष व्यक्तियों को
ਕੁੱਟ ਕੇ 3rd ਡਿਗਰੀ ਟੌਰਚਰ ਕਰਕੇ ਮਨਾ ਲੈਣ ਕਿ ਹਾਂ ਇਹ ਬਲਾਸਟ ਅਸੀਂ ਕੀਤਾ। ਇਹ ਨਾ ਤਾਂ ਦੇਸ਼ ਦੇ ਹਿੱਤ ਵਿੱਚ ਹੈ, ਨਾ ਪੰਜਾਬ ਦੇ ਹਿੱਤ ਵਿੱਚ ਹੈ, ਨਾ ਪੁਲਿਸ ਦੇ ਹਿੱਤ ਵਿੱਚ ਹੈ, ਤੇ ਨਾ ਭਗਵੰਤ ਸਿੰਘ ਮਾਨ ਤੁਹਾਡੇ ਹਿੱਤ ਵਿੱਚ ਹੈ। ਉਮੀਦ ਇਹੀ ਰੱਖਦਾ ਕਿ ਫੇਅਰਲੀ ਤੁਸੀਂ ਡੀਲ ਕਰੋਗੇ। ਆਪ ਇੰਡਲਜ ਕਰੋ, ਯੂ ਆਰ ਦ ਹੋਮ ਮਿਨਿਸਟਰ ਆਲਸੋ। आप वेरीफाई करो, कोई छोटा मोटा मसला नहीं है, बड़ा सेंसेशनल बड़ा इंपॉर्टेंट इशू है अपनी स्टेट के नाल तोलक रखने वाला। उम्मीद करदा कि तुसीं इस ते गौर करोगे और जे तुहानूं ठीक लगदा कि मैं कुछ गल्लां ठीक है इहनूं शेयर भी करो ताकि ये पावर ऑफ कॉरिडोर्स विच ये वीडियो पहुंच सके। तुहाडा सारिआं दा बहुत बहुत शुक्रिया, धन्नवाद।